ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਜੇ ਐਗਜ਼ਾਮ ਸਟੱਡੀ ਤੁਹਾਡੇ ਲਈ ਲੈ ਕੇ ਆਇਆ ਜੀ ਨਵਾਂ ਟੌਪਿਕ। ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਜੀ ਉਹ ਹੈ ਜੀ SST ਦੇ ਵਿੱਚੋਂ, ਸਿਵਿਕਸ ਦੇ ਵਿੱਚੋਂ, ਪੋਲਿਟੀ ਦੇ ਵਿੱਚੋਂ, ਜੋ ਤੁਹਾਡੀ ਜਨਰਲ ਲਾਈਫ ਦੇ ਲਈ ਵੀ ਬਹੁਤ ਜ਼ਿਆਦਾ ਯੂਜ਼ਫੁੱਲ ਹੈ ਜੀ। ਸੋ ਸਭ ਤੋਂ ਪਹਿਲਾਂ ਬੇਨਤੀ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਕਿ ਤੁਹਾਨੂੰ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਸਾਡੇ ਟੌਪਿਕ ਕਿਸ ਤਰ੍ਹਾਂ ਦੇ ਲੱਗਦੇ ਜਾਂ ਕਿਸ ਤਰ੍ਹਾਂ ਦੀ ਇੰਪਰੂਵਮੈਂਟ ਤੁਹਾਨੂੰ ਹੋਰ ਚਾਹੀਦੀ ਹੈ। ਅੱਜ ਦਾ ਸਾਡਾ ਟੌਪਿਕ ਹੈ ਜੀ ਸੁਪਰੀਮ ਕੋਰਟ। ਸੁਪਰੀਮ ਕੋਰਟ ਦੇ ਵਿੱਚ ਅਸੀਂ ਸੁਪਰੀਮ ਕੋਰਟ ਦੇ ਕੰਮ, ਜੱਜਾਂ ਬਾਰੇ, ਨਿਯੁਕਤੀਆਂ, ਤਨਖਾਹਾਂ ਬਾਰੇ, ਸ਼ਕਤੀਆਂ ਬਾਰੇ ਥਿਊਰੀ ਤੇ MCQ ਪੜ੍ਹਾਂਗੇ ਜੀ। ਸੋ ਸੰਵਿਧਾਨ ਦੇ ਭਾਗ 5 ਆਰਟੀਕਲ 124 ਦਾ ਉਪਬੰਧ ਹੈ ਸੁਪਰੀਮ ਕੋਰਟ। ਸੁਪਰੀਮ ਕੋਰਟ ਹੈ ਜਿਹੜਾ 5ਵੇਂ ਸ਼ਡਿਊਲ ਦੇ ਵਿੱਚ ਹੈ ਜੀ, 5ਵੇਂ ਪਾਰਟ ਦੇ ਵਿੱਚ ਆਰਟੀਕਲ 124 ਹੈ। ਆਰਟੀਕਲ 124 ਤੋਂ 147 ਤੱਕ ਜਿਹੜੇ ਉਹ ਸੁਪਰੀਮ ਕੋਰਟ ਨਾਲ ਰਿਲੇਟਿਡ ਹੈ ਜੀ। ਇਹ ਯਾਦ ਰੱਖਣ ਵਾਲੀ ਚੀਜ਼ ਆ। ਸੁਪਰੀਮ ਕੋਰਟ ਦੀ ਸਥਾਪਨਾ ਨਵੀਂ ਦਿੱਲੀ ਵਿਖੇ 28 ਜਨਵਰੀ 1950 ਨੂੰ ਹੋਈ ਸੀ। ਸੋ ਸੁਪਰੀਮ ਕੋਰਟ ਦਾ ਸਥਾਪਨਾ ਤੇ ਸੰਵਿਧਾਨ ਬਾਰੇ ਪੜ੍ਹਦੇ ਹਾਂ। ਜੱਜਾਂ ਦੀ ਸੰਖਿਆ ਸਥਾਪਨਾ ਸਮੇਂ ਜਿਹੜੀ ਜੱਜਾਂ ਦੀ ਸੰਖਿਆ 8 ਸੀ। ਇੱਕ ਸੀ ਚੀਫ ਜਸਟਿਸ ਆਫ ਇੰਡੀਆ ਤੇ 7 ਸੀਗੇ ਦੂਸਰੇ ਜੱਜ। ਸੁਪਰੀਮ ਕੋਰਟ ਜਿਸ ਦੇ ਭਾਰਤ ਦੇ ਚੀਫ ਜਸਟਿਸ ਸ਼ਾਮਿਲ ਹੁੰਦੇ ਹਨ। ਸੋ ਜਿਹੜੀ ਪ੍ਰੈਜ਼ੈਂਟ ਇਸ ਵੇਲੇ ਜਿਹੜੇ ਜੱਜ ਹਨ ਭਾਰਤ ਦੇ ਚੀਫ ਜਸਟਿਸ ਸਮੇਤ 34 ਜੱਜ ਹਨ ਟੋਟਲ, ਜਿਨ੍ਹਾਂ ਵਿੱਚ ਇੱਕ ਚੀਫ ਜਸਟਿਸ ਆਫ ਇੰਡੀਆ ਅਤੇ 33 ਦੂਜੇ ਜੱਜ ਹੁੰਦੇ ਹਨ। ਸੋ ਟੋਟਲ ਜਿਹੜੇ ਜੱਜ ਹੈ ਉਹ 34 ਹੈ ਜੀ ਸੁਪਰੀਮ ਕੋਰਟ ਦੇ ਵਿੱਚ। ਨਿਯੁਕਤੀ ਕਿਸ ਤਰ੍ਹਾਂ ਹੁੰਦੀ ਹੈ? ਰਾਸ਼ਟਰਪਤੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੈ ਜੱਜਾਂ ਨਾਲ ਸਲਾਹ ਕਰ ਸਕਦੇ ਹਨ ਜੋ ਵਿਅਕਤੀ ਨਿਯੁਕਤ ਕਰਨ ਲਈ ਯੋਗ ਹਨ। ਸੋ ਰਾਸ਼ਟਰਪਤੀ ਸਲਾਹ ਕਰਦੇ ਉਹਨਾਂ ਨਾਲ। ਜਿਹੜੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਜਾਂ ਸੁਪਰੀਮ ਕੋਰਟ ਦੇ ਜੱਜ ਹੈ, ਸਭ ਦੀ ਨਿਯੁਕਤੀ, ਉਹਨਾਂ ਦਾ ਅਸਤੀਫਾ, ਉਹਨਾਂ ਦਾ ਸੌਣ, ਜੋ ਵੀ ਸਮਾਗਮ ਹੈ ਸਾਰਾ ਰਾਸ਼ਟਰਪਤੀ ਨਾਲ ਸੰਬੰਧਿਤ ਹੈ। ਬਹੁਤ ਇੰਪੋਰਟੈਂਟ ਚੀਜ਼ ਹੈ ਜੀ। ਯੋਗਤਾ ਕੀ ਹੋਣੀ ਚਾਹੀਦੀ ਹੈ? ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਜੀ। ਇੱਥੇ ਅਸੀਂ ਚੀਫ ਜਸਟਿਸ ਆਫ ਇੰਡੀਆ ਬਾਰੇ ਪੜ੍ਹ ਰਹੇ ਹਾਂ। 5 ਸਾਲਾਂ ਤੋਂ ਹਾਈ ਕੋਰਟ ਦਾ ਜੱਜ ਹੋਵੇ ਜਾਂ 10 ਸਾਲਾਂ ਤੋਂ ਹਾਈ ਕੋਰਟ ਦਾ ਵਕੀਲ ਹੋਵੇ। ਜੇ ਤਾਂ ਹਾਈ ਕੋਰਟ 'ਚ ਵਕੀਲ ਹੈ ਤੁਹਾਨੂੰ 5 ਸਾਲ ਦਾ ਐਕਸਪੀਰੀਅੰਸ ਚਾਹੀਦਾ। ਜੇ ਉਹ ਜੱਜ ਹੈ ਤਾਂ 5 ਸਾਲ ਦਾ ਐਕਸਪੀਰੀਅੰਸ ਚਾਹੀਦਾ। ਜੇਕਰ ਉਹ ਵਕੀਲ ਹੈ ਤਾਂ ਉਹਨੂੰ 10 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ। ਇਸ ਲਈ ਜੱਜਾਂ ਦੀ ਨਿਯੁਕਤੀ ਜਿਹੜੀ ਆਰਟੀਕਲ 124 ਦੇ ਭਾਗ 2 ਵਿੱਚ ਕੀਤੀ ਜਾਂਦੀ ਹੈ। ਜੱਜਾਂ ਦੀ ਨਿਯੁਕਤੀ ਆਰਟੀਕਲ 124 2 'ਚ ਹੁੰਦੀ ਹੈ। ਕੋਲੀਜੀਅਮ ਸਿਸਟਮ ਰਾਹੀਂ ਨਿਯੁਕਤੀ ਕੀਤੀ ਜਾਂਦੀ ਹੈ ਜੀ। 5 ਮੈਂਬਰੀ ਕਮੇਟੀ ਹੁੰਦੀ ਜਿਹਦੇ 'ਚ ਇੱਕ ਮੁੱਖ ਜੱਜ ਹੁੰਦੇ ਆ ਤੇ 4 ਹੋਰ ਜੱਜ ਸ਼ਾਮਲ ਹੁੰਦੇ। 5 ਜੱਜ ਜਿਹੜੇ ਜੱਜਾਂ ਦੀ ਨਿਯੁਕਤੀ ਬਾਰੇ ਫੈਸਲਾ ਲੈਂਦੇ ਹੈ। ਫੈਸਲਾ ਲੈ ਕੇ ਰਾਸ਼ਟਰਪਤੀ ਨੂੰ ਸਿਫਾਰਿਸ਼ ਕਰਦੇ ਹਨ। ਰਾਸ਼ਟਰਪਤੀ ਜੱਜ ਦੀ ਨਿਯੁਕਤੀ ਕਰ ਦਿੰਦਾ ਹੈ। ਸੋ ਇਸ ਤੋਂ ਬਾਅਦ ਪਹਿਲਾਂ CJI ਬਾਰੇ ਪੜ੍ਹਿਆ ਸੀ, ਹੁਣ ਅਸੀਂ ਜੱਜ ਬਾਰੇ ਪੜ੍ਹ ਰਹੇ ਹਾਂ ਜੀ। ਆਰਟੀਕਲ 124 3 'ਚ ਜੀ, ਭਾਰਤ ਦਾ ਨਾਗਰਿਕ ਹੋਵੇ, 5 ਸਾਲਾਂ ਤੋਂ ਹਾਈ ਕੋਰਟ ਦਾ ਜੱਜ ਹੋਵੇ ਤੇ ਹਾਈ ਕੋਰਟ ਦਾ ਵਕੀਲ 10 ਸਾਲਾਂ ਤੋਂ ਹੋਵੇ। ਸੇਮ ਹੈ ਜੀ ਇਹਨਾਂ ਦੀ। ਹੁਣ ਉਹਨੇ ਜੀ ਸੁਪਰੀਮ ਕੋਰਟ ਦੇ ਜੱਜਾਂ ਦੀ ਰੈਜ਼ੀਗਨੇਸ਼ਨ, ਇੰਪੀਚਮੈਂਟ ਬਾਰੇ। ਜੇ ਉਹਨਾਂ ਨੇ ਅਸਤੀਫਾ ਦੇਣਾ ਜਾਂ ਉਹਨਾਂ ਨੂੰ ਪਦ ਤੋਂ ਹਟਾਏ ਜਾਣਾ ਤਾਂ ਉਹਦਾ ਕੀ ਪ੍ਰੋਸੀਜਰ ਹੈ? ਆਰਟੀਕਲ 124 ਦੇ ਪਾਰਟ 4 ਵਿੱਚ ਹੈ ਜੀ। ਇਹ ਰਾਸ਼ਟਰਪਤੀ ਨੂੰ ਸੰਬੋਧਿਤ ਲਿਖਤੀ ਰੂਪ ਵਿੱਚ ਅਸਤੀਫਾ ਦਿੱਤਾ ਜਾ ਸਕਦਾ ਹੈ। ਪਹਿਲੀ ਆਪਸ਼ਨ ਇਹ ਹੈ ਜੀ, ਜੇ ਉਹ ਖੁਦ ਅਸਤੀਫਾ ਦੇਣਾ ਚਾਹੁੰਦੇ ਤਾਂ ਉਹ ਰਿਟਨ 'ਚ ਰਾਸ਼ਟਰਪਤੀ ਨੂੰ ਦੇ ਸਕਦੇ ਨੇ। ਰਾਸ਼ਟਰਪਤੀ ਦੁਆਰਾ ਹਟਾਇਆ ਵੀ ਜਾ ਸਕਦਾ ਹੈ। ਸੋ ਇਹਦਾ ਇੱਕ ਪ੍ਰੋਸੀਜਰ ਹੈ। ਅਜਿਹੇ ਹਟਾਉਣ ਵਾਲੇ ਦਾ ਇੱਕੋ ਇੱਕ ਆਧਾਰ ਦੁਰਵਿਵਹਾਰ ਅਤੇ ਅਯੋਗਤਾ ਸਾਬਤ ਹੁੰਦਾ ਹੈ। ਹਵਾਲਾ 124(4). 124 ਦੇ ਵਿੱਚ ਚੌਥੇ ਪਾਰਟ ਤੋਂ ਸ਼ੁਰੂ ਹੁੰਦਾ ਜੀ ਉਹਨਾਂ ਦੀ ਇੰਪੀਚਮੈਂਟ ਤੇ ਰੈਜ਼ੀਗਨੇਸ਼ਨ। ਹੁਣ ਦੇਖਦੇ ਹਾਂ ਜੀ ਇੰਪੀਚਮੈਂਟ ਹੈ ਜਿਹੜਾ ਮਹਾਦੋਸ਼ ਦੀ ਪ੍ਰਕਿਰਿਆ ਰਾਹੀਂ ਹਟਾਉਣ ਕਿਸ ਤਰ੍ਹਾਂ ਹਟਾਇਆ ਜਾਂਦਾ ਹੈ। ਲੋਕ ਸਭਾ ਦੇ ਘੱਟੋ ਘੱਟ 100 ਮੈਂਬਰ ਜਾਂ ਰਾਜ ਸਭਾ ਦੇ 50 ਮੈਂਬਰਾਂ ਦੁਆਰਾ। ਜੇਕਰ ਲੋਕ ਸਭਾ ਦੇ ਤਾਂ 100 ਮੈਂਬਰ ਤੇ ਰਾਜ ਸਭਾ ਦੇ 50 ਮੈਂਬਰ। ਉਹ ਇੱਕ ਦਸਤਖਤ ਵਾਲੀ ਪ੍ਰਸਤਾਵ ਰਾਸ਼ਟਰਪਤੀ ਨੂੰ ਸੰਬੋਧਿਤ ਕਰਦੇ ਹੈ ਜਿਸ ਵੀ ਜੱਜ ਨੂੰ ਹਟਾਇਆ ਜਾਣਾ। ਪ੍ਰਸਤਾਵ ਦੀ ਜਾਂਚ 3 ਦੀ ਇੱਕ ਕਮੇਟੀ ਵਿੱਚ ਸੁਪਰੀਮ ਕੋਰਟ ਦੇ 2 ਜੱਜ ਅਤੇ ਇੱਕ ਵਿਸ਼ੇਸ਼ ਨਿਆਂਇਕ। 3 ਬੰਦੇ ਹੁੰਦੇ ਜਦੋਂ ਪ੍ਰਸਤਾਵ ਪ੍ਰਾਪਤ ਹੁੰਦਾ ਰਾਜ ਸਭਾ ਦੇ ਮੈਂਬਰਾਂ ਵੱਲੋਂ ਜਾਂ ਲੋਕ ਸਭਾ ਦੇ ਜਾਂ ਜੁਆਇੰਟਲੀ, ਤਾਂ ਉਹ 3 ਮੈਂਬਰੀ ਜਿਹੜੀ ਕਮੇਟੀ ਹੈ ਫਿਰ ਉਹ ਜਾਂਚ ਕਰਦੀ ਹੈ। ਜੇਕਰ ਕਮੇਟੀ ਦੋਸ਼ੀ ਪਾਉਂਦੀ ਹੈ ਤਾਂ ਮਤਾ ਦੋਨੋਂ ਸਦਨ ਵਿੱਚ ਸਦਨ ਦੀ ਕੁੱਲ ਮੈਂਬਰਸ਼ਿਪ ਦੇ ਬਹੁਮਤ ਨਾਲ 2/3 ਮੈਂਬਰਾਂ ਦੇ ਬਹੁਮਤ ਨਾਲ ਪਾਇਆ ਜਾਂਦਾ ਹੈ। ਜੇਕਰ ਸਭ ਤੋਂ ਪਹਿਲਾਂ ਤਾਂ ਲੋਕ ਸਭਾ ਜਾਂ ਰਾਜ ਸਭਾ ਦੇ ਮੈਂਬਰ ਲਿਖ ਕੇ ਦਿੰਦੇ ਆ, ਉਸ ਤੋਂ ਬਾਅਦ ਕਮੇਟੀ ਬਣਦੀ ਹੈ। ਕਮੇਟੀ ਵੀ ਦੋਸ਼ੀ ਪਾਉਂਦੀ ਹੈ ਤਾਂ ਦੋਵੇਂ ਸਦਨਾਂ ਦੀ 2/3 ਮੈਂਬਰ ਹੈ ਜਿਹੜੇ ਉਹ ਬਹੁਮਤ ਪਾਉਂਦੇ ਆ। ਮਤੇ ਨੂੰ ਵੋਟ ਪਾ ਕੇ ਰਾਸ਼ਟਰਪਤੀ ਨੂੰ ਪੇਸ਼ ਕਰ ਦਿੱਤਾ ਜਾਂਦਾ ਹੈ। ਬਹੁਮਤ ਪੈਣ ਤੋਂ ਬਾਅਦ ਫਿਰ ਉਹ ਰਾਸ਼ਟਰਪਤੀ ਕੋਲ ਜਾਂਦਾ। ਰਾਸ਼ਟਰਪਤੀ ਦੁਆਰਾ ਪਦ ਤੋਂ ਹਟਾਉਣ ਦੇ ਆਦੇਸ਼ ਦੇ ਦਿੱਤੇ ਜਾਂਦੇ ਹਨ। ਸੋ ਇਹ ਇੱਕ ਇੰਪੀਚਮੈਂਟ ਹੈ ਇਹਨਾਂ ਦੀ। ਮਹਾਦੋਸ਼ ਦੀ ਪ੍ਰਕਿਰਿਆ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਲਈ ਇੱਕੋ ਜਿਹੀ ਹੈ। ਆਰਟੀਕਲ 124(7) ਕੀ ਕਹਿੰਦਾ ਜੀ? ਟੈਨਿਓਰ। ਸੁਪਰੀਮ ਕੋਰਟ ਦੇ ਜੱਜ ਦਾ ਕਾਰਜਕਾਲ ਕੀ ਹੋਏਗਾ?
65 ਸਾਲ ਦੀ ਉਮਰ ਤੱਕ ਉਹ ਆਪਦੇ ਪੋਸਟ ਤੇ ਰਹਿ ਸਕਦੇ ਆ। ਸੇਵਾ ਮੁਕਤੀ ਤੋਂ ਬਾਅਦ ਸੁਪਰੀਮ ਕੋਰਟ ਦਾ ਜੱਜ ਕਿਸੇ ਵੀ ਅਦਾਲਤ ਵਿੱਚ ਜਾਂ ਭਾਰਤ ਦੇ ਖੇਤਰ ਦੇ ਅੰਦਰ ਕਿਸੇ ਵੀ ਅਥਾਰਟੀ ਦੇ ਸਾਹਮਣੇ ਦਲੀਲ ਜਾਂ ਕਾਰਵਾਈ ਨਹੀਂ ਕਰ ਸਕਦਾ। ਰਿਟਾਇਰਮੈਂਟ ਤੋਂ ਬਾਅਦ ਜਾਂ ਇੰਪੀਚਮੈਂਟ ਤੋਂ ਬਾਅਦ ਉਹ ਆਪਦੀ ਪ੍ਰੈਕਟਿਸ ਨਹੀਂ ਕਰ ਸਕਦੇ। ਸੈਲਰੀਜ਼ ਬਾਰੇ ਪੜ੍ਹਦੇ ਹਾਂ ਜੀ ਇਹਨਾਂ ਦੀ। ਤਨਖਾਹ ਦੇ ਵਿੱਚ ਜਿਹੜੀ ਚੀਫ ਜਸਟਿਸ ਆਫ ਇੰਡੀਆ ਮੁੱਖ ਜੱਜ ਜਿਹੜੇ ਉਹਨਾਂ ਦੀ ਤਨਖਾਹ ਹੁੰਦੀ 2,80,000 ਪਰ ਮੰਥ। ਦੂਜੇ ਜੱਜਾਂ ਦੀ 2,50,000 ਪਰ ਮੰਥ ਹੁੰਦੀ ਹੈ ਜੀ। ਸੋ ਆਰਟੀਕਲ 130 ਬਹੁਤ ਇੰਪੋਰਟੈਂਟ ਹੈ। ਸੀਟ ਆਫ ਸੁਪਰੀਮ ਕੋਰਟ ਇਨ ਦਿੱਲੀ। ਆਰਟੀਕਲ 130 ਦੇ ਵਿੱਚ ਹੈ ਕਿ ਸਾਡੀ ਸੁਪਰੀਮ ਕੋਰਟ ਹੈ ਜਿਹੜੀ ਉਹ ਦਿੱਲੀ ਵਿੱਚ ਕੇ ਸਥਿਤ ਰਹੇਗੀ। ਸੁਪਰੀਮ ਕੋਰਟ ਦੀਆਂ ਸ਼ਕਤੀਆਂ, ਬੇਸਿਕ ਸ਼ਕਤੀਆਂ ਪੜ੍ਹਦੇ ਹਾਂ ਪਹਿਲਾਂ। ਆਰਟੀਕਲ 131 ਓਰੀਜਨਲ ਜੂਰੀਡਿਕਸ਼ਨ ਆਫ ਦਾ ਸੁਪਰੀਮ ਕੋਰਟ। 130 ਦੇ ਵਿੱਚ ਆ ਗਿਆ ਕਿ ਸੁਪਰੀਮ ਕੋਰਟ ਦਿੱਲੀ ਦੇ ਵਿੱਚ ਹੋਏਗੀ। ਉਸ ਤੋਂ ਬਾਅਦ ਆਰਟੀਕਲ 131 ਆਉਂਦਾ ਜੀ ਓਰੀਜਨਲ ਜੂਰੀਡਿਕਸ਼ਨ। ਅਸਲ ਜੂਰੀਡਿਕਸ਼ਨ ਇਹਦੇ ਵਿੱਚ ਕੀ ਹੈ? ਕੇਂਦਰ ਅਤੇ ਰਾਜ ਸਰਕਾਰ ਦਾ ਆਪਸੀ ਝਗੜਾ। ਅਗਰ ਕਿਸੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਕਿਸੇ ਵੀ ਰਾਜ ਸਰਕਾਰ ਦੇ ਵਿੱਚ ਸਖਤ ਝਗੜਾ ਤਾਂ ਉਹ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਇੱਕ ਰਾਜ ਸਰਕਾਰ ਦੂਜੀ ਰਾਜ ਸਰਕਾਰ ਨਾਲ ਝਗੜਾ ਹੋ ਸਕਦਾ ਹੈ। ਇੱਕ ਰਾਜ ਸਰਕਾਰ ਜ਼ਿਆਦਾ ਰਾਜ ਸਰਕਾਰਾਂ ਨਾਲ ਝਗੜਾ ਹੋ ਸਕਦਾ ਹੈ। ਕੇਂਦਰ ਸਰਕਾਰ ਦਾ ਜ਼ਿਆਦਾ ਰਾਜ ਸਰਕਾਰ ਨਾਲ ਝਗੜਾ ਹੋ ਸਕਦਾ। ਸੋ ਇਹ ਸਾਰੇ ਝਗੜੇ ਜਿਹੜੇ ਡਿਸਪਿਊਟ ਹੈ ਇਹ ਸੁਪਰੀਮ ਕੋਰਟ ਦੀ ਜੂਰੀਡਿਕਸ਼ਨ ਵਿੱਚ ਆਉਂਦੇ ਆ। ਸੁਪਰੀਮ ਕੋਰਟ ਇਹਨਾਂ ਦਾ ਹੱਲ ਕਰਦੀ ਹੈ। ਆਰਟੀਕਲ 132, 33 ਤੇ 34 ਐਪੀਲੇਟ ਜੂਰੀਡਿਕਸ਼ਨ ਆਫ ਸੁਪਰੀਮ ਕੋਰਟ ਇਨ ਅਪੀਲਸ ਫਰੋਮ ਹਾਈ ਕੋਰਟ ਇਨ ਸਰਟਨ ਕੇਸਿਸ। ਹਾਈ ਕੋਰਟ ਤੇ ਹੋਰ ਅਦਾਲਤਾਂ ਤੇ ਟ੍ਰਿਬਿਊਨਲਾਂ ਦੇ ਫੈਸਲੇ ਦੀ ਜਿਹੜੀ ਅਪੀਲ ਹੈ ਉਹ ਸੁਪਰੀਮ ਕੋਰਟ 'ਚ ਲੱਗਦੀ ਹੈ। 132, 33 ਤੇ 34 ਦੇ ਵਿੱਚ ਆਜੋ ਤੁਹਾਨੂੰ ਦੱਸਦੇ ਹਾਂ ਜੀ। 132 ਦੇ ਵਿੱਚ ਲੱਗਦੀ ਸੰਵਿਧਾਨਿਕ ਮਾਮਲਿਆਂ 'ਚ, ਦੀਵਾਨੀ ਮਾਮਲਿਆਂ 'ਚ 133, ਫੌਜਦਾਰੀ ਮਾਮਲਿਆਂ 'ਚ ਆਰਟੀਕਲ 134। ਸੋ ਇਹ ਆਰਟੀਕਲ ਅਸੀਂ ਪੜ੍ਹਿਆ ਸੀ 130 ਸੀਟ ਹੈ ਜੀ ਦਿੱਲੀ ਵਿੱਚ ਹੋਏਗੀ। 131 ਤੇ ਉਸ ਤੋਂ ਬਾਅਦ ਅਸੀਂ 131 ਦੇ ਵਿੱਚ ਆ ਗਈ ਓਰੀਜਨਲ ਜੂਰੀਡਿਕਸ਼ਨ ਆ ਗਈ। ਫਿਰ 132, 33, 34 ਹੁੰਦੀਆਂ ਅਪੀਲਾਂ ਦੀ ਆ ਗਈ। ਅਪੀਲ ਕਿਸ ਤਰ੍ਹਾਂ ਹੁੰਦੀ ਆ? ਸਭ ਤੋਂ ਪਹਿਲਾਂ ਲੋਕਲ ਕੋਰਟ ਹੁੰਦੀ ਹੈ, ਉਸ ਦੀ ਅਪੀਲ ਹੈ ਜਿਹੜੀ ਉਹ ਸੈਸ਼ਨ ਕੋਰਟ 'ਚ ਲੱਗ ਸਕਦੀ ਜਦੋਂ ਲੋਕਲ ਕੋਰਟ ਦਾ ਫੈਸਲਾ ਹੁੰਦਾ। ਅਗਰ ਸੈਸ਼ਨ ਕੋਰਟ ਦੇ ਫੈਸਲੇ ਤੋਂ ਕੋਈ ਸੈਟਿਸਫਾਈ ਨਹੀਂ ਤਾਂ ਹਾਈ ਕੋਰਟ ਜਾ ਸਕਦਾ। ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ। ਸੋ ਇਹ ਪ੍ਰੋਸੀਜਰ ਹੁੰਦਾ ਜੀ ਅਪੀਲ ਲਾਉਣ ਦਾ। ਸੂ ਮੋਟੋ ਕਿਹਨੂੰ ਕਹਿੰਦੇ? ਆਮ ਤੌਰ 'ਤੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਪੁੱਛੇ ਜਾਂਦੇ ਜੀ। ਸੂ ਮੋਟੋ ਸੁਪਰੀਮ ਕੋਰਟ ਆਪਣੇ ਆਪ ਕਿਸੇ ਵੀ ਕੇਸ ਨੂੰ ਲੈ ਸਕਦਾ ਹੈ। ਕੋਈ ਵੀ ਡਿਸਪਿਊਟ ਹੁੰਦਾ, ਕੋਈ ਵੀ ਇੰਸੀਡੈਂਟ ਹੁੰਦਾ, ਐਕਸੀਡੈਂਟ ਹੁੰਦਾ ਦੇਸ਼ ਦੇ ਵਿੱਚ ਤਾਂ ਸੁਪਰੀਮ ਕੋਰਟ ਹੁੰਦਾ ਸੂ ਮੋਟੋ ਲੈ ਲੈਂਦਾ। ਕਹਿਣ ਦਾ ਮਤਲਬ ਕਿ ਸੁਪਰੀਮ ਕੋਰਟ ਆਪਣੇ ਆਪ ਉਸ ਕੇਸ ਨੂੰ ਸ਼ੁਰੂ ਕਰ ਲੈਂਦਾ ਹੈ। ਆਰਟੀਕਲ 129 ਸੁਪਰੀਮ ਕੋਰਟ ਜੋ ਕਾਨੂੰਨ ਘੋਸ਼ਿਤ ਕਰਦਾ ਉਹ ਭਾਰਤ ਦੀਆਂ ਅਦਾਲਤਾਂ ਅਤੇ ਕੇਂਦਰ ਦੇ ਨਾਲ ਰਾਜ ਸਰਕਾਰਾਂ ਤੇ ਪਾਬੰਦ ਹੁੰਦਾ। ਜਦੋਂ ਵੀ ਕੋਈ ਸੁਪਰੀਮ ਕੋਰਟ ਜੱਜਮੈਂਟ ਦਿੰਦੀ ਹੈ ਤਾਂ ਉਹ ਇੱਕ ਤਰ੍ਹਾਂ ਦਾ ਕਾਨੂੰਨ ਬਣ ਜਾਂਦਾ, ਇੱਕ ਬੇਸ ਬਣ ਜਾਂਦਾ ਹੈ। ਆਰਟੀਕਲ 129 ਦੇ ਵਿੱਚ ਇਹ ਪਾਵਰ ਹੈ ਕਿ ਜੋ ਵੀ ਕਾਨੂੰਨ ਜਾਂ ਜੱਜਮੈਂਟ ਸੁਪਰੀਮ ਕੋਰਟ ਪਾਸ ਕਰੇਗੀ ਉਹ ਕਾਨੂੰਨ ਮੰਨਿਆ ਜਾਏਗਾ ਰਾਜ ਸਰਕਾਰ ਤੇ ਹੋਰ ਅਦਾਲਤਾਂ ਦੁਆਰਾ। ਰਿਟ ਜਾਰੀ ਕਰਨਾ ਆਰਟੀਕਲ 139 ਕਹਿੰਦੇ ਜੀ ਉੱਚ ਅਦਾਲਤਾਂ ਸਰਵਉੱਚ ਅਦਾਲਤਾਂ ਦੀ 5 ਤਰ੍ਹਾਂ ਦੀਆਂ ਰਿਟਾਂ ਜਾਰੀ ਕਰ ਸਕਦੇ ਹਨ। ਸੋ ਪਹਿਲਾਂ ਅਸੀਂ ਅਪੀਲਾਂ ਬਾਰੇ ਪੜ੍ਹਿਆ ਸੀ, ਹੁਣ ਇਹ ਰਿਟ ਬਾਰੇ ਪੜ੍ਹਦੇ ਹਾਂ। 5 ਤਰ੍ਹਾਂ ਜਦੋਂ ਵੀ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਗੱਲ ਆਉਂਦੀ ਹੈ, ਜਿੱਥੇ ਸਾਡੇ ਮੌਲਿਕ ਅਧਿਕਾਰਾਂ ਦਾ ਖਤਰਾ ਹੁੰਦਾ ਹੈ ਉੱਥੇ ਜਿਹੜੀ ਰਿਟ ਲਾਈ ਜਾਂਦੀ ਹੈ। ਰਿਟਾਂ 5 ਤਰ੍ਹਾਂ ਦੀਆਂ ਹੁੰਦੀਆਂ ਹਨ। ਇਹ 5 ਕਿਸਮਾਂ ਰਿਟਾਂ ਦੀਆਂ ਲਿਖੀਆਂ ਜੀ। ਹੀਬਸ ਕਾਰਪਸ, ਮੈਂਡਮਸ, ਪ੍ਰੋਹੀਬਿਸ਼ਨ, ਸੈਰੇਟਰੀ, ਕਿਊ ਵਾਰੰਟੋ। ਸੋ ਇਹਨਾਂ ਬਾਰੇ ਡਿਟੇਲ 'ਚ ਅਗਲੀ ਟੌਪਿਕ 'ਚ ਅਗਲੀ ਵੀਡੀਓ 'ਚ ਆਪਾਂ ਪੜ੍ਹਾਂਗੇ ਕਿ ਇਹ ਕਿਹੜੀ ਰਿਟ ਦੇ ਵਿੱਚ ਕੀ ਹੁੰਦਾ ਹੈ। ਰਾਸ਼ਟਰਪਤੀ ਨੂੰ ਕਾਨੂੰਨੀ ਸਲਾਹ ਦੇਣਾ ਆਰਟੀਕਲ 143 ਆਰਟੀਕਲ 143 ਦੇ ਵਿੱਚ ਕੀ ਹੈ ਕਿ ਸੁਪਰੀਮ ਕੋਰਟ ਹੈ ਜਿਹੜੀ ਭਾਰਤ ਸੰਵਿਧਾਨ ਦੀ 42ਵੀਂ ਸੋਧ ਦੁਆਰਾ ਆਰਟੀਕਲ 139 ਇਹ ਜੋੜਿਆ ਗਿਆ ਜਿਸ ਵਿੱਚ ਸਰਵਉੱਚ ਅਦਾਲਤ ਮੁਕੱਦਮਿਆਂ ਦੀ ਬਦਲੀ ਵੀ ਕਰ ਸਕਦਾ ਹੈ। ਠੀਕ ਹੈ, ਰਾਸ਼ਟਰਪਤੀ ਨੂੰ ਸਲਾਹ ਦੇਣਾ 143 139 ਏ ਹੈ ਜੀ ਇਹ ਕਿ ਜਿਹੜੇ ਕੇਸ ਆ ਉਹ ਟਰਾਂਸਫਰ ਕੀਤੇ ਜਾ ਸਕਦੇ ਹੈ। ਜੁਡੀਸ਼ੀਅਲ ਰਿਵਿਊ ਬਹੁਤ ਇੰਪੋਰਟੈਂਟ, ਮਾਸਟਰ ਕੈਡਰ ਲਈ ਵੀ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ ਇਹ। ਅਸੀਂ ਇਹਦੇ ਵਿੱਚ ਇਸ ਵੀਡੀਓ ਦੇ ਵਿੱਚ ਸਿਰਫ ਇੰਪੋਰਟੈਂਟ ਚੀਜ਼ਾਂ ਹੀ ਚੱਕ ਕੇ ਲੈ ਕੇ ਆਏ ਹਾਂ। In India, a judicial review is a review of government decision done by the Supreme Court of India. A court with authority for judicial review may invalidate, ਦੇਖੋ ਜੀ, may invalidate laws ਨੂੰ invalidate ਕਰ ਸਕਦੀ ਹੈ, acts ਨੂੰ ਕਰ ਸਕਦੀ ਹੈ and government actions ਨੂੰ which violates the basic feature of the constitution. ਕੋਈ ਵੀ ਕਾਨੂੰਨ ਹੈ, ਸਿੰਪਲ ਭਾਸ਼ਾ ਤੁਹਾਨੂੰ ਦੱਸਾਂ, ਕੋਈ ਵੀ ਕਾਨੂੰਨ ਹੈ, ਕੋਈ ਵੀ ਲਾ ਹੈ, ਕੋਈ ਵੀ ਗਵਰਨਮੈਂਟ ਦਾ ਐਕਸ਼ਨ ਹੈ, ਜੇਕਰ ਉਹ ਸੰਵਿਧਾਨ ਦੇ ਕਿਸੇ ਵੀ ਧਾਰਾ ਦੇ ਉਲਟ ਜਾਂਦਾ ਹੈ ਤਾਂ ਸੁਪਰੀਮ ਕੋਰਟ ਉਸ ਨੂੰ ਇਨਵੈਲੀਡੇਟ, ਉਸ ਨੂੰ ਖਤਮ ਕਰ ਸਕਦੀ ਹੈ। ਥੱਲੇ ਨਿਆਇਕ ਪੁਨਰੀਖਣ
ਪੁਨਰ ਨਿਰੀਖਣ ਅਦਾਲਤਾਂ ਉਹਨਾਂ ਕਾਨੂੰਨਾਂ ਨੂੰ ਗੈਰ ਸੰਵਿਧਾਨਕ ਮੰਨ ਸਕਦੀਆਂ ਹਨ ਜੋ ਕਾਨੂੰਨ ਦੇ ਉਲਟ ਹੋਣ। ਸੋ ਹੋਰ ਮਹੱਤਵਪੂਰਨ ਜਿਹੜੇ ਇੰਪੋਰਟੈਂਟ ਆਰਟੀਕਲ ਹੈ ਜਿਹਦੇ 'ਚ ਤੁਸੀਂ ਜ਼ਰੂਰ ਯਾਦ ਰੱਖਣੇ ਆ। ਆਰਟੀਕਲ 124 ਐਸਟੈਬਲਿਸ਼ਮੈਂਟ ਐਂਡ ਕੌਂਸਟੀਟਿਊਸ਼ਨ ਆਫ ਸੁਪਰੀਮ ਕੋਰਟ। ਆਰਟੀਕਲ 126 ਐਕਟਿੰਗ CJI ਚੀਫ ਜਸਟਿਸ ਆਫ ਇੰਡੀਆ ਐਕਟਿੰਗ। ਜਦੋਂ ਚੀਫ ਜਸਟਿਸ ਆਫ ਇੰਡੀਆ ਜਿਹੜੇ ਮੁੱਖ ਨਿਆਂਧੀਸ਼ ਹੁੰਦੇ ਉਹ ਉਪਲਬਧ ਨਹੀਂ ਹੁੰਦੇ, ਕਿਸੇ ਕਾਰਨ ਡੈਥ ਹੋ ਜਾਂਦੀ ਹੈ ਜਾਂ ਰਿਜ਼ਾਈਨ ਕਰਕੇ ਜਾਂ ਕਿਸੇ ਵੀ ਕਾਰਨ, ਤਾਂ ਐਕਟਿੰਗ CJI ਤਾਂ ਆਰਟੀਕਲ 126 ਦੇ ਵਿੱਚ ਪ੍ਰੋਵੀਜ਼ਨ ਹੈ ਕਿ ਜਦੋਂ ਤੱਕ ਨਵੇਂ CJI ਅਪਾਇੰਟ ਨਹੀਂ ਹੁੰਦੇ ਤਾਂ ਐਕਟਿੰਗ ਨੂੰ ਰੱਖਿਆ ਜਾ ਸਕਦਾ। ਆਰਟੀਕਲ 127 ਐਡ ਹੋਕ ਜੱਜਿਸ। ਐਡ ਹੋਕ ਜੱਜ ਰੱਖੇ ਜਾ ਸਕਦੇ ਜੀ ਕੰਮ ਨੂੰ ਦੇਖਦੇ ਹੋਏ। ਆਰਟੀਕਲ 129 ਜੇ ਵੀ ਇੰਪੋਰਟੈਂਟ ਹੈ SC ਕੋਰਟ ਆਫ ਦੀ ਰਿਕਾਰਡ। ਸੁਪਰੀਮ ਕੋਰਟ ਹੈ ਜਿਹੜੀ ਕੋਰਟ ਆਫ ਰਿਕਾਰਡ ਵੀ ਕਿਹਾ ਜਾਂਦਾ ਹੈ। ਸੋ MCQ ਦੇਖਦੇ ਹਾਂ ਜੀ ਇਹਨਾਂ ਦੇ। ਭਾਰਤ ਨੂੰ ਅਦਾਲਤ ਦੀ ਧਾਰਨਾ ਕਿੱਥੋਂ ਮਿਲੀ? ਅਦਾਲਤ ਜਿਹੜਾ ਭਾਰਤ ਦੇ ਵਿੱਚ ਸੁਪਰੀਮ ਕੋਰਟ ਨੂੰ ਜਾਂ ਅਦਾਲਤ ਨੂੰ ਸਥਾਪਿਤ ਕਰਨ ਦਾ ਜਿਹੜਾ ਕਨਸੈਪਟ ਆ ਉਹ ਕਿੱਥੋਂ ਮਿਲਿਆ? ਭਾਰਤ ਸਰਕਾਰ ਐਕਟ 1935, ਭਾਰਤ ਸਰਕਾਰ ਐਕਟ 1919, ਪਿਟਸ ਇੰਡੀਆ ਐਕਟ 1773 ਜਾਂ D ਕੋਈ ਵੀ ਨਹੀਂ। ਸੋ ਇਹਦਾ ਰਾਈਟ ਆਨਸਰ ਹੈ ਜੀ ਗਵਰਨਮੈਂਟ ਆਫ ਇੰਡੀਆ ਐਕਟ 1935, ਆਪਸ਼ਨ ਏ। ਸੁਪਰੀਮ ਕੋਰਟ ਦੇ ਜੱਜ ਨੂੰ ਕੌਣ ਹਟਾ ਸਕਦਾ ਹੈ? ਸੁਪਰੀਮ ਕੋਰਟ ਦੇ ਮੁੱਖ ਜੱਜ। ਆਪਸ਼ਨ ਬੀ ਸਿਰਫ ਰਾਸ਼ਟਰਪਤੀ, ਆਪਸ਼ਨ ਸੀ ਸਿਰਫ ਸੰਸਦ, ਆਪਸ਼ਨ ਡੀ ਸੰਸਦ ਤੇ ਰਾਸ਼ਟਰਪਤੀ ਦੋਵੇਂ। ਅਸੀਂ ਪੜ੍ਹਿਆ ਹੀ ਹੈ ਕਿ ਜਦੋਂ ਸੰਸਦ ਦੇ ਵਿੱਚ ਬਹੁਮਤ ਪਾਇਆ ਜਾਂਦਾ ਉਸ ਤੋਂ ਬਾਅਦ ਰਾਸ਼ਟਰਪਤੀ ਅੱਗੇ ਪੇਸ਼ ਕੀਤਾ ਜਾਂਦਾ ਹੈ। ਸੋ ਦੋਵਾਂ ਦੀ ਇਨਵੋਲਵਮੈਂਟ ਹੁੰਦੀ ਹੈ ਜੱਜ ਨੂੰ ਹਟਾਉਣ ਦੇ ਵਿੱਚ। ਸੋ ਕੁਐਸਚਨ ਪੜ੍ਹਦੇ ਹਾਂ ਜਿਹਦੇ 'ਚ ਇੰਪੋਰਟੈਂਟ ਜਿਹੜੇ ਕੁਐਸਚਨ ਬਣਦੇ ਆ। ਮੌਜੂਦਾ ਚੀਫ ਜਸਟਿਸ ਆਫ ਇੰਡੀਆ ਕੌਣ ਹੈ? NV ਰਮਨਾ। ਭਾਰਤ ਦੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਫਾਤਿਮਾ ਬੀਬੀ, ਇਹ ਵੀ ਇੰਪੋਰਟੈਂਟ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਵਿੱਚ ਕਿਤੇ ਵੀ ਸੁਪਰੀਮ ਕੋਰਟ ਦਾ ਬੈਂਚ ਸਥਾਪਿਤ ਕਰਨ ਦਾ ਅਧਿਕਾਰ ਹੈ? ਕਿਸ ਨੂੰ? ਸੁਪਰੀਮ ਕੋਰਟ ਜਿਵੇਂ ਕਿ ਸਾਡੀ ਦਿੱਲੀ ਵਿੱਚ ਹੈ, ਅਗਰ ਉਸ ਦਾ ਬੈਂਚ ਇੱਕ ਕਿਤੇ ਹੋਰ ਸਥਾਪਿਤ ਕਰਨਾ ਤਾਂ ਉਸਦੀ ਜਿਹੜੀ ਪਾਵਰ ਹੈ ਉਹ ਚੀਫ ਜਸਟਿਸ ਆਫ ਸੁਪਰੀਮ ਕੋਰਟ ਕੋਲ ਹੈ। ਸੁਪਰੀਮ ਕੋਰਟ ਜੱਜਾਂ ਦੀ ਸੈਲਰੀ ਕਿਸ ਆਰਟੀਕਲ ਅਧੀਨ ਆਉਂਦੀ ਹੈ? ਆਰਟੀਕਲ 145। ਮੌਜੂਦਾ ਚੀਫ ਜਸਟਿਸ ਆਫ ਇੰਡੀਆ ਕਿੰਨਵੇਂ ਚੀਫ ਜਸਟਿਸ ਆਫ ਇੰਡੀਆ ਹਨ? ਤਾਂ ਇਹ ਜੀ 48ਵੇਂ ਚੀਫ ਜਸਟਿਸ ਆਫ ਇੰਡੀਆ ਹਨ। ਕੌਣ ਨੇ ਜੀ ਉਹ? NV ਰਮਨਾ। ਸੋ ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਐਗਜ਼ਾਮ ਸਟੱਡੀ ਵਿੱਚ ਤੁਹਾਡੇ ਲਈ ਅੱਗੇ ਤੋਂ ਵੀ ਹੋਰ ਵਧੀਆ ਤੋਂ ਵਧੀਆ ਅਸੀਂ ਨੋਟਸ ਲੈ ਕੇ ਆਉਂਦੇ ਰਹਿੰਦੇ ਹਾਂ। ਅਸੀਂ ਸਿਰਫ ਉਹੀ ਟੌਪਿਕ ਕਵਰ ਕਰਦੇ ਹਾਂ, ਟੌਪਿਕ ਦੇ ਵਿੱਚ ਉਹੀ ਪੁਆਇੰਟਸ ਲੈ ਕੇ ਆਉਣੇ ਆ ਜੋ ਕਿ ਇੰਪੋਰਟੈਂਟ ਹਨ, ਉਹਦੇ ਥੋੜ੍ਹੇ ਸਮੇਂ 'ਚ ਪੜ੍ਹਾਏ ਜਾ ਸਕਣ। ਥੈਂਕ ਯੂ ਜੀ।